My dear students of ninth class, today our topic is regarding paragraph. Paragraph is my neighbor, means मेरे पड़ोसी या मेरे गवांडी। सो बच्चों, ਪੈਰਾਗ੍ਰਾਫ ਦੇ ਹਿੰਟ ਉਹਦੀ ਆਊਟਲਾਈਨ ਦਿੱਤੀ ਹੋਈ ਹੈ। ਹੁਣ ਤੁਸੀਂ ਦੇਖੋਗੇ ਵੀ ਵਿੱਚ ਬਲੈਂਕਸ ਛੱਡੀਆਂ ਹੋਈਆਂ ਆ। ਉਹਦਾ ਮਤਲਬ ਇਹ ਹੈ ਵੀ ਤੁਸੀਂ ਇਸ ਜੋ ਵਰਡਸ ਕੁਛ ਲਿਖੇ ਹੋਏ ਆ ਅਤੇ ਉਹਨਾਂ ਬਲੈਂਕਸ ਦੇ ਵਿੱਚ ਕੁਛ ਵਰਡ ਆਪਣੇ ਕੋਲੋਂ ਫਿੱਟ ਕਰਕੇ ਅਤੇ ਇਸ ਪੈਰਾਗ੍ਰਾਫ ਨੂੰ ਪੂਰਾ ਕਰ ਸਕਦੇ ਹੋ। ਯਾਨੀ ਕੁਛ ਗੱਲਾਂ ਐਸੀਆਂ ਆ ਜਿਹੜੀਆਂ ਇਹਨਾਂ 'ਚੋਂ ਤੁਸੀਂ ਨੋਟ ਕਰਕੇ ਸੈਂਟੈਂਸ ਜਿਹੜੇ ਆ ਬਣਾ ਸਕਦੇ ਹੋ। ਜੇ ਤੁਹਾਡੇ ਮਾਈਂਡ ਦੇ ਵਿੱਚ ਕੁਛ ਸੈਂਟੈਂਸ ਨਹੀਂ ਆਉਂਦੇ ਤਾਂ ਇਹਨਾਂ ਨੂੰ ਦੇਖੋ ਅਤੇ ਇਹ ਜੋ ਸ਼ਬਦ ਲਿਖੇ ਆ ਇਹਨਾਂ ਨੂੰ ਵਰਤ ਕੇ ਕੁਛ ਸੈਂਟੈਂਸ ਆਪਣੇ ਕੋਲੋਂ ਬਣਾ ਲਓ। ਠੀਕ ਹੈ, ਤੁਹਾਡੇ ਲਈ ਇਹ ਹਿੰਟ ਹੈਗੇ ਆ। ਸੋ ਅੱਗੇ ਦੇਖਦੇ ਹਾਂ। ਮਾਈ ਨੇਬਰ, ਮੇਰੇ ਗੁਆਂਢੀ। ਮਿਸਟਰ MS ਬੇਦੀ ਇਜ਼ ਮਾਈ ਨੇਬਰ। MS ਬੇਦੀ ਮੇਰੇ ਗੁਆਂਢੀ ਹਨ। ਹੀ ਇਜ਼ ਅਰਾਊਂਡ 82 years old। ਉਹ 82 ਸਾਲ ਦੇ ਹਨ। He taught as a professor of mathematics in various government colleges of Punjab before he retired। ਉਹਨਾਂ ਨੇ ਬਹੁਤ ਸਾਰੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਮੈਥੇਮੈਟਿਕ ਦੇ ਪ੍ਰੋਫੈਸਰ ਦੇ ਤੌਰ 'ਤੇ ਪੜ੍ਹਾਇਆ ਰਿਟਾਇਰ ਹੋਣ ਤੋਂ ਪਹਿਲਾਂ। ਰਿਟਾਇਰ ਦਾ ਮਤਲਬ ਜਦੋਂ ਉਹਨਾਂ ਦੀ ਸਰਵਿਸ ਖਤਮ ਹੋ ਗਈ। ਆਫਟਰ ਹਿਸ ਰਿਟਾਇਰਮੈਂਟ ਹੀ ਡਿਡ ਨਾਟ ਸਿਟ ਆਈਡਲ। ਆਈਡਲ ਹੁੰਦਾ ਵਿਹਲੇ ਰਹਿਣਾ। ਐਂਡ ਅੰਗੇਜਡ ਦਾ ਮਤਲਬ ਹੁੰਦਾ ਕਿਸੇ ਕੰਮ 'ਚ ਲੱਗੇ ਰਹਿਣਾ, ਬਿਜ਼ੀ ਰਹਿਣਾ। ਹਿਮਸੈਲਫ ਇਨ ਸੋਸ਼ਲ ਵਰਕ ਵਿਚ ਇੰਕਲੂਡਿਡ ਟੀਚਿੰਗ ਦਾ ਪੂਅਰ ਸਟੂਡੈਂਟਸ। ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹ ਵਿਹਲੇ ਨਹੀਂ ਬੈਠੇ, ਉਹਨਾਂ ਨੇ ਆਪਣੇ ਆਪ ਨੂੰ ਕੰਮ ਵਿੱਚ ਲਾਈ ਰੱਖਿਆ। ਕਿਹੜੇ ਕੰਮ ਵਿੱਚ? ਸੋਸ਼ਲ ਵਰਕ। ਸੋਸ਼ਲ ਵਰਕ ਹੁੰਦਾ ਸਮਾਜ ਸੇਵਾ, ਜਿਹਦੇ ਵਿੱਚ ਮੁੱਖ ਕੰਮ ਜਿਹੜਾ ਉਹਨਾਂ ਦਾ ਸੀ ਪੂਅਰ ਸਟੂਡੈਂਟਸ, ਗਰੀਬ ਸਟੂਡੈਂਟਸ ਨੂੰ ਪੜ੍ਹਾਉਣਾ। ਅਬਾਊਟ ਏ ਡੀਕੇਡ ਅਗੋ, ਡੀਕੇਡ ਹੁੰਦਾ 10 ਸਾਲ ਦਾ ਸਮੇਂ ਨੂੰ ਡੀਕੇਡ ਕਹਿੰਦੇ। ਇਨ ਆਰਡਰ ਟੂ ਹੈਲਪ ਦਾ ਪੂਅਰ ਐਂਡ ਨੀਡੀ ਔਫਨਸ, ਔਫਨ ਕਹਿੰਦੇ ਆ ਅਨਾਥ ਬੱਚਿਆਂ ਨੂੰ, ਜਿਨ੍ਹਾਂ ਦਾ ਮਾਂ ਅਤੇ ਪਿਓ ਨਹੀਂ ਹੁੰਦਾ, ਉਹਨੂੰ ਔਫਨ ਕਹਿੰਦੇ ਆ। ਹੀ ਸੋਲਡ ਆਫ ਹਿਸ ਬਿਗ ਹਾਊਸ ਸਿਚੁਏਟਿਡ ਇਨ ਏ ਪੌਸ਼ ਲੋਕੇਲਿਟੀ। ਪੌਸ਼ ਲੋਕੇਲਿਟੀ ਹੁੰਦਾ ਜਿੱਥੇ ਵੱਡੇ ਵੱਡੇ ਅਮੀਰਾਂ ਦੇ ਘਰ ਹੁੰਦੇ, ਆਲੀਸ਼ਾਨ ਇਲਾਕਾ ਜਿਹਨੂੰ ਆਪਾਂ ਕਹਿੰਦੇ, ਵੱਡੀਆਂ ਵੱਡੀਆਂ ਕੋਠੀਆਂ ਹੋਣ, ਵਧੀਆ ਵਧੀਆ ਘਰ ਹੋਣ। ਐਂਡ ਮੂਵਡ ਇਨ ਟੂ ਏ ਸਮਾਲਰ ਵਨ ਇਨ ਐਨਦਰ ਸੈਕਟਰ। 10 ਸਾਲ ਬਾਅਦ ਉਹਨਾਂ ਨੇ ਗਰੀਬਾਂ ਦੀ ਅਤੇ ਅਨਾਥਾਂ ਦੀ ਹੈਲਪ ਕਰਨ ਦੇ ਲਈ ਆਪਣਾ ਵੱਡਾ ਸਾਰਾ ਘਰ ਜੋ ਇੱਕ ਆਲੀਸ਼ਾਨ ਇਲਾਕੇ ਦੇ ਵਿੱਚ ਸੀ ਉਹਨੂੰ ਵੇਚ ਦਿੱਤਾ ਅਤੇ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ ਜਾ ਕੇ ਉਹ ਰਹਿਣ ਲੱਗ ਪਏ। ਵਿਦ ਦਾ ਮਨੀ ਹੀ ਗੋਟ ਬਾਈ ਸੈਲਿੰਗ ਹਿਜ਼ ਹਾਊਸ, ਸੈਲਿੰਗ ਵੇਚਣਾ। ਹੀ ਬੋਟ ਏ ਪੀਸ ਆਫ ਲੈਂਡ ਇਨ ਏ ਵਿਲੇਜ ਨਾਟ ਵੈਰੀ ਫਾਰ ਫਰੋਮ ਦਾ ਸਿਟੀ ਹੀ ਲਿਵਸ ਇਨ। ਜਿਹੜੇ ਪੈਸੇ ਉਹਨਾਂ ਨੂੰ ਉਸ ਘਰ ਤੋਂ ਵੇਚਣ ਤੋਂ ਉਹਨਾਂ ਨੂੰ ਮਿਲੇ, ਠੀਕ ਹੈ, ਉਹਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਘਰ ਲੈ ਲਿਆ ਅਤੇ ਇੱਕ ਜ਼ਮੀਨ ਦਾ ਟੁਕੜਾ ਇੱਕ ਪਿੰਡ ਦੇ ਵਿੱਚ ਲੈ ਲਿਆ, ਜਿਹੜਾ ਕਿ ਸ਼ਹਿਰ ਤੋਂ ਬਹੁਤ ਦੂਰ ਨਹੀਂ ਸੀ। ਦੇਰ ਹੀ ਸੈਟਅਪ ਐਨ ਔਫਨੇਜ। ਉੱਥੇ ਸੈਟਅਪ ਮਤਲਬ ਹੁੰਦਾ ਬਣਾਉਣਾ, ਔਫਨੇਜ ਹੁੰਦਾ ਅਨਾਥਾਲਿਆ, ਜਿੱਥੇ ਅਨਾਥ ਲੋਕਾਂ ਨੂੰ, ਅਨਾਥ ਬੱਚਿਆਂ ਨੂੰ ਰੱਖਿਆ ਜਾਂਦਾ, ਉਹਨੂੰ ਔਫਨੇਜ ਕਿਹਾ ਜਾਂਦਾ। ਉਹਨਾਂ ਨੇ ਇੱਕ ਅਨਾਥਾਲਿਆ ਬਣਾ ਲਿਆ। ਹੀ ਅਪਰੋਚ ਦਾ ਸਰਪੰਚ ਆਫ ਦੈਟ ਵਿਲੇਜ ਐਂਡ ਵਿਦ ਹਿਸ ਹੈਲਪ ਹੀ ਆਈਡੈਂਟੀਫਾਈਡ ਸਮ ਪੂਅਰ ਬॉयਜ਼ ਐਂਡ ਬ੍ਰੌਟ ਦੈਮ ਵਿਦ ਹਿਮ। ਬ੍ਰੌਟ ਮਤਲਬ ਲੈ ਕੇ ਆਉਣਾ, ਬ੍ਰਿੰਗ ਮਤਲਬ ਲਿਆਉਣਾ, ਬ੍ਰੌਟ ਮਤਲਬ ਲਿਆਏ। ਬ੍ਰਿੰਗ, ਬ੍ਰੌਟ, ਮਤਲਬ ਦੀ 3 ਫਾਰਮਸ ਨੇ। ਉਹ ਸਰਪੰਚ ਦੇ ਕੋਲ ਗਏ, ਉਹਨਾਂ ਨੇ ਸਰਪੰਚ ਦੀ ਹੈਲਪ ਦੇ ਨਾਲ ਉਸ ਪਿੰਡ ਦੇ ਵਿੱਚ ਉਹ ਬੱਚੇ ਜਿਹੜੇ ਬਹੁਤ ਗਰੀਬ ਸਨ ਉਹਨਾਂ ਨੂੰ ਆਇਡੈਂਟੀਫਾਈ ਕੀਤਾ, ਲੱਭਿਆ, ਪਛਾਣਿਆ ਅਤੇ ਉਹਨਾਂ ਨੂੰ ਉਹ ਉਸ ਔਫਨੇਜ ਦੇ ਵਿੱਚ ਉੱਥੇ ਲੈ ਕੇ ਆਏ। ਨਾਓ ਹੀ ਲੁਕਸ ਆਫਟਰ ਦੈਮ ਐਂਡ ਸੈਂਡਸ ਦੈਮ ਟੂ ਏ
ਨੀਅਰ ਬਾਏ ਗਵਰਨਮੈਂਟ ਸਕੂਲ ਟੂ ਸਟੱਡੀ, ਉਹਨਾਂ ਨੇ ਲਾਗੇ ਦੇ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਤਾ, ਉਹਨਾਂ ਦਾ ਖਿਆਲ ਰੱਖਣ ਲੱਗ ਪਏ। ਹੀ ਹੈਜ਼ ਆਲਸੋ ਓਪਨਡ ਏ ਡਿਸਪੈਂਸਰੀ, ਡਿਸਪੈਂਸਰੀ ਹੁੰਦਾ ਦਵਾਈਆਂ ਦੀ ਦੁਕਾਨ, ਯਾਨੀ ਦਵਾਈਆਂ, ਡਾਕਟਰ ਅਤੇ ਦਵਾਈਆਂ ਡਿਸਪੈਂਸਰੀ ਪਿੰਡਾਂ 'ਚ ਹੁੰਦੀਆਂ। ਫਾਰ ਦਾ ਵਿਲੇਜਰਸ ਹੂ ਕੈਨ ਨਾਟ ਅਫੋਰਡ ਐਕਸਪੈਂਸਿਵ ਟਰੀਟਮੈਂਟ, ਜਿਹੜੇ ਪਿੰਡ ਵਾਲੇ ਮਹਿੰਗਾ ਇਲਾਜ ਨਹੀਂ ਕਰਾ ਸਕਦੇ ਸੀ, ਉਹਨਾਂ ਲਈ ਉਹਨੇ ਪਿੰਡ ਦੇ ਵਿੱਚ ਡਿਸਪੈਂਸਰੀ ਵੀ ਬਣਾਈ। ਹੀ ਇਜ਼ ਆਲਸੋ ਪਲੈਨਿੰਗ ਟੂ ਓਪਨ ਏ ਵੋਕੇਸ਼ਨਲ ਸੈਂਟਰ, ਵੋਕੇਸ਼ਨਲ ਸੈਂਟਰ ਹੁੰਦਾ ਜਿੱਥੇ ਨੌਜਵਾਨਾਂ ਨੂੰ ਜਾਂ ਬੱਚਿਆਂ ਨੂੰ ਉਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਵੇ ਤਾਂ ਕਿ ਉਹ ਹੱਥੀਂ ਕੰਮ ਕਰਕੇ ਅੱਗੇ ਆਪਣਾ ਰੁਜ਼ਗਾਰ ਲੈ ਸਕਣ ਜਾਂ ਆਪਣਾ ਕੰਮ ਖੋਲ੍ਹ ਸਕਣ, ਉਹਨੂੰ ਵੋਕੇਸ਼ਨਲ ਸੈਂਟਰ ਕਹਿੰਦੇ। ਫਾਰ ਟ੍ਰੇਨਿੰਗ ਗਰਲਸ ਇਨ ਸਵਿਮਿੰਗ ਐਂਡ ਅਦਰ ਸਕਿੱਲਸ ਸੋ ਦੈਟ ਦੇ ਬਿਕਮ ਇੰਡੀਪੈਂਡੈਂਟ, ਉਹਨਾਂ ਨੇ ਵੋਕੇਸ਼ਨਲ ਸੈਂਟਰ ਵੀ ਬਣਾਇਆ ਕੁੜੀਆਂ ਵਾਸਤੇ ਸਿਲਾਈ ਸਿਖਾਉਣ ਦਾ ਅਤੇ ਹੋਰ ਕੰਮ ਜਿਹੜੇ ਬੱਚਿਆਂ ਨੂੰ ਸਿਖਾਏ ਜਾ ਸਕਦੇ ਆ, ਉਹ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਪੈਂਡੈਂਟ ਹੋ ਜਾਣ, ਆਪਣੇ ਆਪ ਕਮਾ ਸਕਣ। ਪੀਪਲ ਹੈਵ ਗ੍ਰੇਟ ਰਿਸਪੈਕਟ ਫਾਰ ਹਿਮ ਬਿਕੋਜ਼ ਹੀ ਹੈਜ਼ ਅਚੀਵਡ ਸੋ ਮਚ ਇਨ ਸਪਾਈਟ ਆਫ ਹਿਜ਼ ਓਲਡ ਏਜ ਐਂਡ ਦਾ ਹੈਂਡੀਕੈਪ, ਹੈਂਡੀਕੈਪ ਹੁੰਦਾ ਅਪਾਹਜ, ਜਿਸ ਬੰਦੇ ਦਾ ਕੋਈ ਅੰਗ ਚੰਗੀ ਤਰ੍ਹਾਂ ਕੰਮ ਨਾ ਕਰਦਾ ਹੋਵੇ ਉਹਨੂੰ ਹੈਂਡੀਕੈਪ ਕਹਿੰਦੇ ਆ। ਹੀ ਵਾਜ਼ ਸਟਰਕ ਬਾਈ ਪੋਲੀਓ ਇਨ ਹਿਜ਼ ਚਾਈਲਡਹੁੱਡ, ਚਾਈਲਡਹੁੱਡ ਹੁੰਦਾ ਬਚਪਨ, ਪੋਲੀਓ ਇੱਕ ਬਿਮਾਰੀ ਹੈ ਤੁਹਾਨੂੰ ਪਤਾ ਹੀ ਆ। ਲੋਕਾਂ ਦੇ ਮਨ ਦੇ ਵਿੱਚ ਬਹੁਤ ਆਦਰ ਸੀ ਉਹਨਾਂ ਦੇ ਪ੍ਰਤੀ, ਕਿਉਂਕਿ ਉਹਨਾਂ ਨੇ ਬਹੁਤ ਸਾਰਾ ਜਿਹੜਾ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਸੀ, ਬਜਾਏ ਇਸ ਦੇ ਕਿ ਉਹ ਰਿਟਾਇਰ ਹੋਣ ਤੋਂ ਬਾਅਦ ਕੰਮ 'ਚ ਲੱਗੇ। ਉਹਨਾਂ ਦੀ ਓਲਡ ਏਜ ਸੀ, ਬੁਢਾਪਾ ਸੀ, ਹੈਂਡੀਕੈਪ ਵੀ ਸੀ ਕਿਉਂਕਿ ਉਹਨਾਂ ਨੂੰ ਪੋਲੀਓ ਹੋ ਗਿਆ ਸੀ। ਇਸ ਦੇ ਬਾਵਜੂਦ ਵੀ ਉਹਨਾਂ ਨੇ ਇੰਨਾ ਕੰਮ ਕੀਤਾ ਅਤੇ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਆਪਣੇ ਪ੍ਰਤੀ ਆਦਰ ਪੈਦਾ ਕੀਤਾ। ਸੋ ਬੱਚਿਓ, ਇਹ ਸੀ ਮਾਈ ਨੇਬਰ ਯਾਨੀ ਮੇਰੇ ਗੁਆਂਢੀ ਦੇ ਬਾਰੇ ਇੱਕ ਪੈਰਾਗ੍ਰਾਫ। ਸੋ ਆਸ ਹੈ ਵੀ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ। ਕੁਛ ਵਰਡ ਜਿਹੜੇ ਆਏ ਆ ਪੰਜਾਬੀ ਦੱਸੀ ਤੁਹਾਨੂੰ, ਨੇਬਰ ਗੁਆਂਢੀ, ਟੌਟ ਸਿੱਖਿਆ ਦਿੱਤੀ ਜਾਂ ਪੜ੍ਹਾਇਆ, ਆਈਡਲ ਵਿਹਲਾ, ਇੰਗੇਜਡ ਵਿਅਸਤ ਰੱਖਿਆ, ਬਿਜ਼ੀ ਰਿਹਾ, ਡਿਕੇਡ 10 ਸਾਲ ਦਾ ਸਮਾਂ, ਔਫਨ ਅਨਾਥ, ਪੌਸ਼ ਲੋਕੈਲਿਟੀ ਆਲੀਸ਼ਾਨ ਇਲਾਕਾ, ਬਰੌਟ ਲਿਆਇਆ, ਐਕਸਪੈਂਸਿਵ ਮਹਿੰਗਾ, ਟਰੀਟਮੈਂਟ ਇਲਾਜ, ਸਵਿਮਿੰਗ ਕੱਪੜਿਆਂ ਦੀ ਸਿਲਾਈ ਕਰਨਾ, ਅਚੀਵਡ ਪ੍ਰਾਪਤ ਕੀਤਾ, ਹੈਂਡੀਕੈਪ ਅਪਾਹਜ, ਪੋਲੀਓ ਬਿਮਾਰੀ ਦਾ ਨਾਂ ਆ। ਸੋ ਬੱਚਿਓ, ਇਹ ਅੱਜ ਦੀ ਸਾਡੀ ਡੇਲੀ ਅਸਾਈਨਮੈਂਟ ਸੀ। ਤੁਹਾਨੂੰ ਚੰਗੀ ਤਰ੍ਹਾਂ ਪੈਰਾਗ੍ਰਾਫ ਸਮਝਾਤਾ ਆ। ਇਸ ਤਰ੍ਹਾਂ ਤੁਹਾਡੇ ਮਾਈਂਡ 'ਚ ਹੋਣਾ ਚਾਹੀਦਾ ਵੀ ਤਾਂ ਕਿ ਜੇ ਤੁਹਾਨੂੰ ਵਿੱਚੋਂ ਕੋਈ ਲਾਈਨ ਭੁੱਲਦੀ ਵੀ ਹੈ ਤਾਂ ਵੀ ਤੁਸੀਂ ਉਸ ਨੂੰ ਆਪਣੇ ਲੈਵਲ 'ਤੇ ਬਣਾ ਸਕੋ। ਸੋ ਬੱਚੇ ਇਸ ਨੂੰ ਕਾਪੀ 'ਤੇ ਨੋਟ ਕਰ ਲਓ ਅਤੇ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਕੇ ਇਹਨੂੰ ਯਾਦ ਕਰ ਲਓ। ਥੈਂਕਸ।